देश दुनिया च वसदे पंजाबियों ਨੂੰ ਜੀ ਆਇਆਂ। मैं हरजिंदर सिंह रंधावा, तुसीं देख रहे हो पंजाब टेलीविजन और मेरे नाल ने सरदार तरलोचन सिंह। सिख हलकिਆਂ ਦੇ ਵਿੱਚ ਵੱਡਾ ਨਾਮਣਾ ਖੱਟਣ ਵਾਲੇ सरदार तरलोचन सिंह ਰਾਜ ਸਭਾ ਦੇ ਵਿੱਚ ਬੈਠਦੇ ਰਹੇ ਆ ਔਰ ਸਿੱਖਾਂ ਦੀ ਨੁਮਾਇੰਦਗੀ ਇਹਨਾਂ ਬਹੁਤ ਬਿਹਤਰ ਢੰਗ ਨਾਲ ਕੀਤੀ ਆ। ਭਾਵੇਂ ਉਹ ਘੱਟ ਗਿਣਤੀ ਕਮਿਸ਼ਨ ਦਾ ਮਾਮਲਾ ਹੋਵੇ, ਭਾਵੇਂ ਇਤਿਹਾਸ ਲਿਖਣ ਦਾ ਮਾਮਲਾ ਹੋਵੇ, ਇਹਨਾਂ ਨੇ ਕਦੇ ਪੈਰ ਪਿਛਾਂ ਨਹੀਂ ਖਿੱਚਿਆ। ਮਾਨਵੀ ਸਭਿਅਤਾ ਹਮੇਸ਼ਾ ਵਰਤਮਾਨ ਔਰ ਇਤਿਹਾਸ ਦੇ ਦੋ ਪਹੀਆਂ ਤੇ ਚੱਲਦੀ ਹੈ। ਇਤਿਹਾਸ ਵੱਲ ਝਾਕਦੇ ਹਾਂ ਅਸੀਂ, ਲੇਕਿਨ ਅਕਸਰ ਇਹ ਕਿਹਾ ਜਾਂਦਾ ਕਿ ਇਤਿਹਾਸ 50 ਸਾਲ ਤੋਂ ਬਾਅਦ ਅਸਲ ਰੂਪ ਵਿੱਚ ਲਿਖਿਆ ਜਾਂਦਾ ਹੈ ਜਾਂ ਅਸਲ ਰੂਪ 'ਚ ਸਾਹਮਣੇ ਆਉਂਦਾ ਹੈ। ਲੇਕਿਨ ਕਿਉਂਕਿ ਅਸੀਂ ਬੜੇ ਕਾਲ ਕਦਮੀ ਤੁਰਦੇ ਪਏ ਆ, ਦੁਨੀਆ ਬੜੀ ਤੇਜ਼ ਹੋ ਗਈ ਆ, ਸੋ ਕਿਸੇ ਕੋਲ ਫੁਰਸਤ ਨਹੀਂ ਕਿ ਉਹ 100 ਸਾਲ ਪਿਛਾਂ ਮੁੜ ਕੇ ਦੇਖੇ। ਲੇਕਿਨ ਸਾਨੂੰ ਇਹ ਇਤਿਹਾਸ ਨੂੰ ਸਿੱਖੇ ਬਿਨਾਂ ਗੁਜ਼ਾਰਾ ਨਹੀਂ। ਸਾਡੀ ਇਹ ਅਣਸਰ ਦੀ ਲੋੜ ਹੈ ਕਿ ਅਸੀਂ ਇਤਿਹਾਸਿਕ ਵਰਤਾਰਿਆਂ ਤੋਂ ਅੱਖਾਂ ਮੀਟ ਲਈਏ ਤੇ ਗਾਂਹ ਤੁਰ ਪਈਏ, ਇੰਜ ਨਹੀਂ। ਸੋ ਮੈਂ ਇਹ ਮਹਿਸੂਸ ਕਰਦਾ ਹਾਂ ਕਿ ਜਦੋਂ ਜਸਟਿਨ ਟਰੂਡੋ ਕੈਨੇਡਾ ਦੇ ਪ੍ਰਧਾਨ ਮੰਤਰੀ ਭਾਰਤ ਵਿੱਚ ਆਉਂਦੇ ਆ ਤੇ ਉਹ ਇੱਕ ਜੁਮਲੇ ਨਾਲ ਵੱਡੀ ਬਹਿਸ ਛੇੜ ਦਿੰਦੇ ਆ ਕਿ ਭਾਰਤ ਵਰਗੇ ਦੇਸ਼ ਵਿੱਚ ਸਿੱਖਾਂ ਦੇ ਬਹੁਤ ਸਾਰੇ ਚਿਹਰੇ ਵਜ਼ਾਰਤ 'ਚ ਨਹੀਂ। ਮੈਂ 4-4, 5-5 ਚਿਹਰੇ ਸਿੱਖਾਂ ਦੇ ਨਾਲ ਲਏ ਹੋਏ ਆ। ਸੋ ਇਹ ਉਹਨਾਂ ਦਾ ਕਹਿਣ ਦਾ ਕੋਈ ਸਟੇਟਮੈਂਟ ਹੋਰ ਤਰ੍ਹਾਂ ਦੀ ਸੀ, ਮੇਰੇ ਸ਼ਬਦ ਹੋਰ ਤਰ੍ਹਾਂ ਦੇ ਹੋ ਸਕਦੇ ਆ, ਲੇਕਿਨ ਇਹ ਵੱਡਾ ਸਵਾਲ ਹੈ ਕਿ ਕੀ ਸਿੱਖ ਵੀ ਇਹਦੇ ਲਈ ਜ਼ਿੰਮੇਵਾਰ? ਭਾਰਤ ਦੀਆਂ ਸਰਕਾਰਾਂ ਨੇ ਸਮੇਂ-ਸਮੇਂ ਤੇ ਸਿੱਖਾਂ ਨੂੰ ਮਾਣ ਦਿੱਤੇ ਕਿ ਨਹੀਂ ਦਿੱਤੇ? ਲੇਕਿਨ ਜੇ ਅੱਜ ਤਰਾਸਦੀ ਵਾਲੇ ਮਾਹੌਲ 'ਚ ਵਿਚਰਦੇ ਆ ਕਿ ਸਾਨੂੰ ਆਪਣਾ ਕੋਈ ਚਿਹਰਾ ਭਾਰਤ ਦੀ ਸਰਕਾਰ ਦੇ ਵਿੱਚ ਰੱਖਣ ਲਈ ਜੇ ਜਾਂ ਤਾਂ ਕਾਬਲ ਨਹੀਂ ਮਿਲਦਾ ਜਾਂ ਅਸੀਂ ਇਸ ਅਹਿਮੀਅਤ ਤੱਕ ਨਹੀਂ ਹੁਣ ਪਹੁੰਚੇ ਕਿ ਸਾਨੂੰ ਕੋਈ ਗੌਲੇ ਬਤੌਰ ਸਿੱਖ ਕੌਮ ਸਾਨੂੰ ਭਾਰਤ ਦੀਆਂ ਸਰਕਾਰਾਂ ਇਗਨੋਰ ਕਰ ਲੈਣ, ਜੇ ਹਾਲਾਤ ਇੱਥੋਂ ਤੱਕ ਨਿੱਘਰ ਗਿਆ ਤੇ ਅਸੀਂ ਵੀ ਕਿਤੇ ਕੋਈ ਜ਼ਿੰਮੇਵਾਰ ਹੈ। ਸੋ ਮੈਂ ਜੇ ਪਿਛਾਂ ਨੂੰ ਝਾਤੀ ਮਾਰਦਾ ਤੇ ਜਦੋਂ ਸਰਦਾਰ ਪ੍ਰਤਾਪ ਸਿੰਘ ਕੈਰੋਂ ਸਾਂਝੇ ਪੰਜਾਬ ਦੇ ਮੁੱਖ ਮੰਤਰੀ ਸੀਗੇ ਤੇ ਮੈਨੂੰ ਲੱਗਦਾ ਹੈ ਕਿ ਸ਼ਾਇਦ ਸਭ ਤੋਂ ਵੱਡੇ ਸੂਬੇ ਦੇ ਮੁੱਖ ਮੰਤਰੀ ਸੀ, ਉਹ ਵੀ ਸਿੱਖ, ਜਿਹਦੇ ਚ ਸਿੱਖ ਘੱਟ ਗਿਣਤੀ ਸੀਗੇ। ਮੈਨੂੰ ਅੱਜ ਇਹ ਮਲਾਲ ਹੈ ਕਿ ਸਾਡੀ ਲੀਡਰਸ਼ਿਪ ਜਾਂ ਤਾਂ ਉਨੀ ਵਿਜ਼ਨਰੀ ਨਹੀਂ ਰਹੀ। ਸੋ ਸਰਦਾਰ ਤਰਲੋਚਨ ਸਿੰਘ ਜਦੋਂ ਮੇਰੇ ਨਾਲ ਹੈ ਤੇ ਮੈਨੂੰ ਲੱਗਦਾ ਹੈ ਕਿ ਇਹ ਚਸ਼ਮਦੀਦ ਨੇ, ਇਹ ਗਵਾਹ ਨੇ ਉਹਨਾਂ ਵਰਤਾਰਿਆਂ ਦੇ, ਉਹਨਾਂ ਸਮਿਆਂ ਦੇ। ਇਹਨਾਂ ਕੋਲੋਂ ਪੁੱਛਦੇ ਆ, ਜਾਣਦੇ ਆ ਕਿ ਅਸੀਂ ਅੱਜ ਦੇ ਹਾਲਾਤ ਤੱਕ ਪਹੁੰਚੇ ਕਿਵੇਂ। ਲੇਕਿਨ ਮੈਂ ਇਹ ਘਟਨਾਕ੍ਰਮ ਨੂੰ ਪ੍ਰਤਾਪ ਸਿੰਘ ਕੈਰੋਂ ਦੇ ਕੰਟੈਕਸਟ ਵਿੱਚ, ਸੰਦਰਭ ਵਿੱਚ ਜਾਣਨਾ ਚਾਹੂੰਗਾ, ਕਿਉਂਕਿ ਇਹ ਉਹਨਾਂ ਨਾਲ ਵਿਚਰੇ ਆ, ਉਹਨਾਂ ਨੇ ਇਹਨਾਂ ਨਾਲ ਗੱਲਾਂ ਕੀਤੀਆਂ। ਸਰਦਾਰ ਸਾਹਿਬ ਜੀ ਆਇਆਂ ਤੇ ਤੁਸੀਂ ਮਨਮਰਜ਼ੀ ਨਾਲ ਇਸ ਵਿਸ਼ੇ ਨੂੰ ਜਿੱਥੋਂ ਮਰਜ਼ੀ ਸ਼ੁਰੂ ਕਰ ਲਓ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਨਾਵਾ ਸਾਹਿਬ। ਸਤਿ ਸ੍ਰੀ ਅਕਾਲ। ਇਹ ਇੱਕ ਬਹੁਤ ਲੋੜ ਹੈ, ਖਾਸ ਕਰਕੇ ਅੱਜ। ਕਿਉਂਕਿ ਸਿੱਖਾਂ ਦਾ ਜਿਹੜਾ ਬਹੁਤ ਚੰਗਾ ਤਬਕਾ ਉਹ ਬਾਹਰ ਚਲਾ ਗਿਆ, ਜਿਹਨੂੰ ਅਸੀਂ ਸਿੱਖ ਡਾਇਸਪੋਰਾ ਕਹਿੰਦੇ ਜੀ। ਅੱਜ ਵਿਦੇਸ਼ਾਂ 'ਚ ਸਿੱਖ ਬੜੀ ਵੱਡੀਆਂ, ਜਿਵੇਂ ਤੁਸੀਂ ਆਪ ਕਿਹਾ ਕੈਨੇਡਾ 'ਚ ਸਿੱਖ ਬਾਹਰ ਚਲਾ ਗਿਆ, ਉਹਨਾਂ ਦੀ ਤੀਜੀ ਪੁਸ਼ਤ ਆ ਗਈ। ਉਹਨਾਂ ਪੁਸ਼ਤ ਨੂੰ ਸਿੱਖ ਇਤਿਹਾਸ ਨਹੀਂ ਪਤਾ। ਉਹਨਾਂ ਨੂੰ ਦੇਖੋ, ਜਿਹੜਾ ਇਤਿਹਾਸ ਦੀ ਜਾਣਕਾਰੀ ਅੱਜ ਦੁਨੀਆ 'ਚ ਸਾਰੇ ਮਹਿਸੂਸ ਕਰਦੇ ਆ ਕਿ ਹਿਸਟਰੀ ਨੂੰ ਹਮੇਸ਼ਾ ਹੀ ਜਾਣਨਾ ਚਾਹੀਦਾ ਹੈ ਤੇ ਜਾਣ ਤੋਂ ਬਾਅਦ ਉਸ ਦਾ ਕੋਈ ਫਾਇਦਾ ਉਠਾਓ। ਅੱਜ ਜੋ ਤੁਸੀਂ ਟਾਪਿਕ ਲੈਣ ਲੱਗੇ ਹੋ, ਮੈਂ ਇਹ ਸਮਝਦਾ ਕਿ ਤੁਹਾਡੀ ਚੈਨਲ ਅੱਜ ਇੱਕ ਨया ਸੀਰੀਜ਼ ਸ਼ੁਰੂ ਕਰੇ, ਅਨਰਿਟਨ ਪੇजेस ਆਫ ਸਿੱਖ ਹਿਸਟਰੀ ਜੀ। ਬਹੁਤ ਇਤਿਹਾਸ ਲਿਖਿਆ ਨਹੀਂ ਗਿਆ, ਇਸ ਕਰਕੇ ਲੋੜ ਹੈ ਕਿ ਉਸ ਇਤਿਹਾਸ ਨੂੰ ਜਿਹੜਾ ਕਿਤਾਬਾਂ 'ਚ ਨਹੀਂ ਮਿਲਦਾ ਜੀ, ਉਹਨੂੰ ਤੁਹਾਡੀ ਚੈਨਲ ਰੰਧਾਵਾ ਸਾਹਿਬ ਦੇ ਚੰਗੀ ਜਿਹੜੀ ਤੁਹਾਡੀ ਲਿਆਕਤ ਹੈ ਉਸ ਨਾਲ ਹੀ ਲੋਕਾਂ ਤੱਕ ਜਾਵੇ। ਸਰਦਾਰ ਪ੍ਰਤਾਪ ਸਿੰਘ ਕੈਰੋਂ ਨੂੰ ਲੋਕ ਅੱਜ ਵੀ ਨਹੀਂ ਭੁੱਲਦੇ, ਇਸ ਕਰਕੇ ਕਿ ਉਹਨੂੰ ਪੰਜਾਬ ਦਾ ਸਭ ਤੋਂ ਕਾਮਯਾਬ ਮੁੱਖ ਮੰਤਰੀ ਇਸ ਕਰਕੇ ਕਿ ਉਹਨੇ ਪੰਜਾਬ ਦੀ ਡਿਵੈਲਪਮੈਂਟ ਕਰਾਈ। ਸੋ ਡਿਵੈਲਪਮੈਂਟ ਪੱਖੋਂ ਸਰਦਾਰ ਪ੍ਰਤਾਪ ਸਿੰਘ ਕੈਰੋਂ ਨੂੰ ਅੱਜ ਤੱਕ ਕੋਈ ਬੀਟ ਨਹੀਂ ਕਰ ਸਕਿਆ। ਇਹ ਬੜੀ ਵੱਡੀ ਹਕੀਕਤ ਹੈ ਕਿ ਉਹਦੇ ਕਰਕੇ ਐਗਰੀਕਲਚਰ ਯੂਨੀਵਰਸਿਟੀ ਆਈ, ਉਹਦੇ ਕਰਕੇ PGI ਚੰਡੀਗੜ੍ਹ ਆਇਆ, ਉਹਦੇ ਕਰਕੇ ਪੰਜਾਬ ਬੜੀ ਵੱਡੀ ਫੈਕਟਰੀਆਂ ਆਈਆਂ, ਪੰਜਾਬ ਦੀ ਇੰਡਸਟਰੀਅਲ ਡਿਵੈਲਪਮੈਂਟ ਕਰਾਈ। ਕਿੱਥੇ ਸਾਰਾ ਫਰੀਦਾਬਾਦ, ਗੁੜਗਾਉਂ ਉਹਨੇ ਡਿਵੈਲਪ ਕੀਤੇ, ਬਹੁਤ ਕੁਝ ਕੀਤਾ। ਲੇਕਿਨ ਜਿਹੜਾ ਪੋਲੀਟੀਕਲ ਪੱਖ ਹੈ ਉਹਦਾ, ਉਹ ਅੱਜ ਅਸੀਂ ਇਸ ਤੁਹਾਡੇ ਰਾਹੀਂ ਲੋਕਾਂ ਨੂੰ ਦਿੰਦੇ ਹਾਂ। ਦੇਖੋ, ਪੰਜਾਬ ਆਜ਼ਾਦ ਹੋਇਆ 1947। 47 ਤੋਂ ਲਗਾਤਾਰ ਜਾਂ ਗੋਪੀ ਚੰਦ ਭਾਰਗਵਾ ਜਾਂ ਸ੍ਰੀ ਭੀਮ ਸੈਨ ਸੱਚਰ, ਇਹ ਦੋ ਹੀ ਮੁੱਖ ਮੰਤਰੀ ਕਾਂਗਰਸ ਦੇ ਬਣਦੇ ਜੀ। ਦੇਖੋ 56 ਚ ਆ ਕੇ ਆਰੰਭ ਵਿੱਚ ਇੱਕ ਐਸੀ ਘਟਨਾ ਵਾਪਰੀ ਕਿ ਅਕਾਲੀ ਐਜੀਟੇਸ਼ਨ ਚੱਲ ਰਹੀ ਸੀ, ਬੜਾ ਵੱਡਾ ਮੋਰਚਾ ਲੱਗਿਆ ਸੀ ਪੰਜਾਬੀ ਸੂਬੇ ਲਈ ਜੀ। ਉਹ ਮੋਰਚੇ 'ਚ ਇੰਨੀ ਤਕੜੀ ਉਸ ਵਕਤ ਮਾਸਤਾਰਾ ਸਿੰਘ ਨੇ ਗ੍ਰਿਫਤਾਰੀ ਕਰਾਈ ਕਿ ਸਾਰਾ ਹਿੰਦੁਸਤਾਨ ਹੈਰਾਨ ਹੋ ਗਿਆ। ਪੰਡਿਤ ਜਵਾਹਰ ਲਾਲ ਨਹਿਰੂ ਪ੍ਰਾਈਮ ਮਿਨਿਸਟਰ ਸੀ,
ਸੋ ਉਹਨਾਂ ਦਿਨਾਂ 'ਚ ਇੰਨੀ ਸਖਤੀ ਹੋਈ ਜੀ ਕਿ ਪੁਲਿਸ ਨੇ ਹਮਲਾ ਕਰਤਾ ਆ ਕੇ ਅਕਾਲੀ ਜਥਿਆਂ ਤੇ। ਉਹ ਜਿਹੜੇ ਜਥੇ ਸੀ ਇਹ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਦੇ ਅੱਗੋਂ ਚੱਲਦੇ ਸੀ। ਉਹ ਜਥਿਆਂ ਨੂੰ ਫੜਦੀ ਪੁਲਿਸ ਦਰਬਾਰ ਸਾਹਿਬ ਦੇ ਜਿਹੜੀ ਪ੍ਰਕਰਮਾ ਉਹਦੇ ਐਂਟਰ ਹੋ ਗਈ। ਇਹ ਇਤਿਹਾਸ ਦੀ ਪਹਿਲਾ ਵਾਕਿਆ ਹੈ ਕਿ ਉਦੋਂ ਪੁਲਿਸ ਐਂਟਰ ਹੋ ਗਈ ਤੇ ਰੌਲਾ ਪੈ ਗਿਆ ਬੜਾ ਵਪਾਰਾ, ਬਹੁਤ ਵੱਡੀ ਐਜੀਟੇਸ਼ਨ ਹੋ ਗਈ ਕਿ ਪੁਲਿਸ ਐਂਟਰ ਹੋ ਗਈ, ਕਿਉਂਕਿ ਅੱਜ ਤੱਕ ਟ੍ਰੈਡੀਸ਼ਨਲੀ ਪੁਲਿਸ ਦਰਬਾਰ ਸਾਹਿਬ ਦੇ ਅੰਦਰ ਨਹੀਂ ਜਾਂਦੀ। ਉਹ ਜਦ ਰੌਲਾ ਪੈ ਗਿਆ ਤਾਂ ਭੀਮ ਸਿੰਘ ਸੱਚਰ ਜੀ ਮੁੱਖ ਮੰਤਰੀ ਸੀ, ਉਹ ਬੜੇ ਉਹਨੂੰ ਆਪਣੇ ਆਪ ਨੂੰ ਸਹਿਜਧਾਰੀ ਸਿੱਖ ਕਹਿੰਦੇ ਸੀ। ਸੱਚਰ ਸਾਹਿਬ ਐਜ਼ ਮੁੱਖ ਮੰਤਰੀ ਦਰਬਾਰ ਸਾਹਿਬ ਆ ਕੇ ਮਾਫੀ ਮੰਗ ਲਈ। ਇਹ ਬਹੁਤ ਵੱਡਾ ਇਤਿਹਾਸਕ ਤੁਸੀਂ ਵੀ ਅੱਜ ਜਾਣ ਲਓ ਕਿ ਭੀਮ ਸਿੰਘ ਸੱਚਰ ਮੁੱਖ ਮੰਤਰੀ ਨੇ ਇਸ ਗੱਲ ਦੀ ਮਾਫੀ ਮੰਗੀ। ਉਹ ਮਾਫੀ ਮੰਗਣ ਦੇ ਨਾਲ ਸਰ ਪ੍ਰਤਾਪ ਸਿੰਘ ਕੈਰੋਂ ਉਦੋਂ ਮਿਨਿਸਟਰ ਹੁੰਦੇ ਸੀ। ਇਹ ਲੋਕ ਸਾਰੇ ਦਿੱਲੀ ਚਲੇ ਗਏ। ਪ੍ਰਤਾਪ ਸਿੰਘ ਕੈਰੋਂ ਦੇ ਨਾਲ ਚੌਧਰੀ ਦੇਵੀ ਲਾਲ ਵੀ ਸੀ, ਹੋਰ ਲੋਕ। ਇਹਨਾਂ ਨੇ ਜਾ ਕੇ ਇਹ ਕਿਹਾ ਕਿ ਨਹਿਰੂ ਜੀ ਤੁਸੀਂ ਤੇ ਲੜ ਰਹੇ ਹੋ ਅਕਾਲੀ ਦਲ ਨਾਲ, ਅੱਜ ਅਕਾਲੀ ਦਲ ਦੀ ਜਿੱਤ ਕਰਾਉਣ ਵਾਲਾ ਭੀਮ ਸਿੰਘ ਸੱਚਰ ਹੈ ਤੇ ਇਹ ਤੇ ਅਕਾਲੀ ਦਲ ਨੂੰ ਸਭ ਕੁਝ ਦੇ ਚੁੱਕਾ। ਉਸ ਤੋਂ ਪਹਿਲਾਂ ਹੀ ਸੱਚਰ ਸਾਹਿਬ ਨੇ ਸੱਚਰ ਗਿਆਨੀ ਕਰਤਾਰ ਸਿੰਘ ਫਾਰਮੂਲਾ ਬਣਾਇਆ, ਜਿਹਦੇ ਚ ਪੰਜਾਬ ਦੇ 2 ਹਿੱਸੇ ਵਿਧਨ ਕਰਤੇ, ਹਿੰਦੀ ਸਪੀਕਿੰਗ ਪੰਜਾਬੀ। ਸੋ ਨਹਿਰੂ ਵਾਜ਼ ਐਂਟੀ ਅਕਾਲੀ, ਇਹ ਗੱਲ ਸਮਝ ਲਓ ਬੇਸਿਕ। ਨਹਿਰੂ ਨੇ ਜਿਹੜੀ ਇਤਿਹਾਸਕ ਲੜਾਈ ਕਰੀ ਤਾਰਾ ਸਿੰਘ ਨਾਲ, ਉਹ ਇੱਕ ਵੱਖਰਾ ਚੈਪਟਰ ਹੈ। ਤੇ ਉਹਨੂੰ ਇਹਨਾਂ ਨੇ ਕਨਵਿੰਸ ਕਰਾਤਾ ਕਿ ਜੇ ਅਕਾਲੀ ਦਲ ਨੂੰ ਮਾਰਨਾ ਤਾਂ ਪ੍ਰਤਾਪ ਸਿੰਘ ਕੈਰੋਂ ਨੂੰ ਮੁੱਖ ਮੰਤਰੀ। ਸੋ ਇਹ ਜੇ ਘਟਨਾ ਹਾਊ ਕੈਰੋਂ ਬਿਕੇਮ ਪ੍ਰਾਈਮ ਮਿਨਿਸਟਰ ਓਨਲੀ ਬਾਈ ਨਹਿਰੂ, ਓਨਲੀ ਹੀ ਕੈਨ ਫਾਈਟ ਅਗੇਂਸਟ ਦੀ ਅਕਾਲੀ। ਇੱਕ ਸਵਾਲ ਜਿਹੜਾ ਮੈਨੂੰ ਲੱਗਦਾ ਕਿ ਅਣਸੁਲਝਿਆ, ਤੁਸੀਂ ਮੈਨੂੰ ਗੈਰ ਰਸਮੀ ਗੱਲਬਾਤ 'ਚ ਦੱਸਿਆ ਸੀ ਕਿ ਪ੍ਰਤਾਪ ਸਿੰਘ ਕੈਰੋਂ ਅਕਾਲੀ ਦਲ ਦੀ ਪੈਦਾਵਾਰ। ਇਹ ਘਟਨਾ ਤੋਂ ਵੀ ਜਰਾ ਪਰਦਾ ਚੱਕੋ। ਤੁਸੀਂ ਇਹ ਵੀ ਦੱਸਿਆ ਸੀ ਕਿ ਤੁਹਾਨੂੰ ਸਰਦਾਰ ਪ੍ਰਤਾਪ ਸਿੰਘ ਕੈਰੋਂ ਨੇ ਖੁਦ ਦੱਸਿਆ ਸੀ ਕਿ ਉਹ ਅਕਾਲੀ ਦਲ ਦੇ ਮਾਸਟਰ ਤਾਰਾ ਸਿੰਘ ਵੱਲੋਂ ਜਿਹੜੇ ਆ ਉਹ ਅੱਗੇ ਆਉਂਦੇ। ਦੇਖੋ ਅਕਾਲੀ ਕੈਰੋਂ ਦਾ ਜਿਹੜਾ ਇਤਿਹਾਸ ਹੈ ਨਾ ਪੋਲਿਟਿਕਸ ਦਾ, ਉਹ ਅਕਾਲੀ ਦਲ ਤੋਂ ਹੀ ਸ਼ੁਰੂ ਹੋਇਆ ਜੀ। ਕੈਰੋਂ ਵਾਜ਼ ਪ੍ਰਾਈਵੇਟ ਸੈਕਟਰੀ ਟੂ ਮਾਸਟਰ ਤਾਰਾ ਸਿੰਘ। ਕੈਰੋਂ ਸਾਹਿਬ MA ਸ਼ਿਕਾਗੋ ਤੋਂ ਕਰਕੇ ਅਮਰੀਕਾ ਤੋਂ ਆਏ ਸੀ। ਉਹਨਾਂ ਦੇ ਨਾਲ ਗੋਪਾਲ ਸਿੰਘ ਖਾਲਸਾ ਦੋਨੋਂ ਪੜ੍ਹਨ ਗਏ ਸੀ, ਵਾਪਸ ਆਏ। ਕੈਰੋਂ ਜੁਆਇਨ ਅਕਾਲੀ ਦਲ। ਕੈਰੋਂ ਬਿਕੇਮ MLA ਅਕਾਲੀ ਦਲ 1936 ਜੀ, ਇਸੇ ਸਰਾਲੀ ਸੀਟ ਤੋਂ, ਤਰਨਤਾਰਨ ਵਾਲੀ ਤੋਂ। ਤੋਂ ਕੈਰੋਂ ਵਾਜ਼ ਅਕਾਲੀ ਦਲ ਟਿਲ 1942। ਸੋ ਜੋ ਅਕਾਲੀ ਦਲ ਨੂੰ ਇਹ ਸਮਝਦਾ ਹੈ ਕੋਈ ਨਹੀਂ ਸਮਝਦਾ। ਲੇਕਿਨ ਜਦੋਂ ਇਹ ਕਾਂਗਰਸ ਜੁਆਇਨ ਕਰ ਗਿਆ ਤਾਂ ਫਿਰ ਇਹ ਪੱਕਾ ਕਾਂਗਰਸੀ ਹੋਇਆ, ਐਂਟੀ ਅਕਾਲੀ ਬਣ ਗਿਆ ਸਿੰਸ 1942। ਤੇ ਉਹਦੇ ਚੱਲਦਾ ਇਹ MLA ਆਇਆ, ਮਿਨਿਸਟਰ ਬਣ ਗਿਆ। ਸੋ ਜਦੋਂ ਇਹ ਬਣ ਗਿਆ CM ਤਾਂ ਇਹਨੇ ਸਮਝਿਆ ਕਿ ਮੇਰਾ ਹੁਣ ਜਿਹੜਾ ਸਰਵਾਈਵਲ ਹੈ, ਕੰਟੀਨਿਊਟੀ ਹੈ, ਉਹ ਅਕਾਲੀਆਂ ਨੂੰ ਦਬਾ ਕੇ। ਇੱਕ ਬੜੀ ਧਾਰਨਾ ਸਮਝ ਲਓ ਕਿ ਕੈਰੋਂ ਵਾਂਟਡ ਕਿ ਮੈਂ ਹਮੇਸ਼ਾ ਇਸ ਗੱਲ ਲਈ ਨਹਿਰੂ ਦੇ ਦਰਬਾਰ 'ਚ ਰਵਾਂ ਕਿ ਤੂੰ ਹੀ ਲੜ ਸਕਦਾ ਅਕਾਲੀਆਂ ਨਾਲ, ਹੋਰ ਕੋਈ। ਉਹਨੇ ਇਹ ਸਮਝਿਆ ਕਿ ਮੇਰੀ ਪੋਲੀਟੀਕਲ ਤਾਕਤ ਐਂਟੀ ਅਕਾਲੀ ਹੋਣੀ। ਸੋ ਉਹ ਲੜਾਈ ਲੜਦੀ ਰਹੀ। ਇਸ ਲੜਾਈ ਜਿਹੜੀ ਮੈਂ ਇਤਿਹਾਸਕ ਸੱਚਾਈ ਅੱਜ ਦੱਸਣ ਲੱਗਾ ਕਿ ਮਾਸਟਰ ਤਾਰਾ ਸਿੰਘ ਨੂੰ ਲਾ ਕੇ ਸੰਤ ਫਤਿਹ ਸਿੰਘ ਲਿਆਉਣ ਵਿੱਚ ਬਹੁਤ ਵੱਡੀ ਕਾਨਸਪੀਰੇਸੀ ਹੋਈ ਜੀ। ਉਸ ਕਾਨਸਪੀਰੇਸੀ ਸੰਤ ਫਤਿਹ ਸਿੰਘ ਨੂੰ ਕਾਮਯਾਬ ਕਰਨ ਵਿੱਚ ਕੈਰੋਂ ਸਾਹਿਬ ਦਾ ਬਹੁਤ ਵੱਡਾ ਰੋਲ ਹੈ, ਇਤਿਹਾਸਕ ਰੋਲ ਹੈ। ਜਿਹੜੀ ਅਨਰਿਟਨ ਪੇजेस ਹੈ ਕਿ ਮਾਸਟਰ ਤਾਰਾ ਸਿੰਘ ਨੂੰ ਰਿਮੂਵ ਕਰਕੇ ਸੰਤ ਨੂੰ ਲਿਆਉਣ ਵਿੱਚ ਕਈ ਹੋਰ ਅਕਾਲੀ ਸ਼ਾਮਲ ਸਨ, ਲੇਕਿਨ ਉਸ ਵਿੱਚ ਕੈਰੋਂ ਸਾਹਿਬ ਦੀ ਪੂਰੀ। ਅੱਛਾ, ਇਹ ਸਥਿਤੀਆਂ ਦਾ ਦਵੰਦ ਦੇਖੋ ਕਿ ਜਿਸ ਬੰਦੇ ਨੂੰ ਸਿਆਸਤ ਵਿੱਚ ਲਿਆਉਂਦੇ ਨੇ ਮਾਸਟਰ ਤਾਰਾ ਸਿੰਘ, ਉਹੀ ਪ੍ਰਤਾਪ ਸਿੰਘ ਕੈਰੋਂ ਮਾਸਟਰ ਤਾਰਾ ਸਿੰਘ ਦੇ ਸਿਆਸੀ ਬਨਵਾਸ ਦਾ ਕਾਰਨ ਬਣ ਜਾਂਦਾ। ਮਾਸਟਰ ਤਾਰਾ ਸਿੰਘ ਜਿਨ੍ਹਾਂ ਨੂੰ ਲਿਆਇਆ ਉਹ ਲਿਸਟ ਬੜੀ ਅਣਗਿਣਤ ਹੈ। ਅੱਛਾ, ਇਹ ਸਿਰਫ ਤੇ ਮਾਸਟਰ ਤਾਰਾ ਸਿੰਘ ਨੇ, ਉਹਨੇ ਦੁਨੀਆ ਭਰ ਦੇ ਚੰਗੇ ਸਿੱਖਾਂ ਨੂੰ ਲਿਆ ਕੇ ਅਕਾਲੀ ਦਲ 'ਚ ਲਿਆ ਕੇ ਸਿੱਖ ਨੁਮਾਇੰਦੇ ਬਣਵਾਇਆ। ਚਾਹੇ ਉਹ ਸਰਦਾਰ ਸਵਰਨ ਸਿੰਘ ਹੈ, ਚਾਹੇ ਉਹ ਸਰਦਾਰ ਬਲਦੇਵ ਸਿੰਘ ਹੈ, ਚਾਹੇ ਉਹ ਸਰਦਾਰ ਕਪੂਰ ਸਿੰਘ ਹੈ, ਚਾਹੇ ਅਜੀਤ ਸਿੰਘ ਸਰਹੱਦੀ ਹੈ, ਚਾਹੇ ਰਾੜੇਵਾਲਾ ਹੈ, ਚਾਹੇ ਪ੍ਰਕਾਸ਼ ਸਿੰਘ ਬਾਦਲ ਹੈ, ਜਿੰਨੇ ਈਵਨ ਸੰਤ ਫਤਿਹ ਸਿੰਘ ਵੀ ਤੇ ਮਾਸਟਰ ਤਾਰਾ ਸਿੰਘ ਆਪ ਲਿਆਇਆ। ਲੇਕਿਨ ਇਹ ਅਗਲੀ ਗੱਲ ਹੈ ਕਿ ਉਹਦੀ ਬਦਕਿਸਮਤੀ ਕਿ ਜਿਨ੍ਹਾਂ ਨੂੰ ਬਣਾਉਂਦਾ ਉਹਨਾਂ ਦੇ ਹੱਥੋਂ ਹੀ ਉਹ ਦੂਜੇ ਦੁਸ਼ਮਣਾਂ ਦੀ ਘਾਟ ਨਹੀਂ, ਉਹ ਹੀ ਦੁਸ਼ਮਣ ਬਣੇ। ਲੇਕਿਨ ਇਹ ਜਿਹੜੀ ਕੈਰੋਂ ਸਾਹਿਬ ਵਾਲੀ ਗੱਲ ਹੈ ਉਹ ਕਿਉਂ ਹੋਈ ਜੀ? ਦੇਖੋ, ਜਦੋਂ 65 ਦੀ ਜੰਗ ਤੋਂ ਪਹਿਲਾਂ ਜਦੋਂ ਸੰਤ ਫਤਿਹ ਸਿੰਘ ਜੀ ਨੇ ਮਰਨ ਵਰਤ ਰੱਖਿਆ, ਕੈਰੋਂ ਸਾਹਿਬ ਮੁੱਖ ਮੰਤਰੀ ਸੀ। ਸੰਤ ਫਤਿਹ ਸਿੰਘ ਦਾ ਮਰਨ ਵਰਤ ਉਸ ਵਕਤ ਬਹੁਤ ਵੱਡੀ ਭਿਆਨਕ ਰੂਪ ਵਿੱਚ ਕਿ ਸੰਤ ਨੇ ਕਿਹਾ ਜੀ ਜੇ ਪੰਜਾਬੀ ਸੂਬਾ ਨਹੀਂ ਤੇ ਮੈਂ ਇਹ ਮਰਨ ਵਰਤ ਜਿਹੜਾ ਮੈਂ ਉਹ ਟੁੱਟਾਂਗਾ।
ਉਦੋਂ ਮਾਸਟਰ ਤਾਰਾ ਸਿੰਘ ਵਾਸ ਅਰੈਸਟਡ ਔਰ ਧਰਮਸ਼ਾਲਾ ਦੀ ਜੇਲ੍ਹ ਵਿੱਚ ਸਨ। ਇਹ ਗੱਲ ਮੈਂ ਹੁਣ ਅੱਜ ਇਤਿਹਾਸਕ ਸੁਣਾ ਰਿਹਾ ਕਿ ਇਹ ਸੱਚਾਈ ਕੀ ਹੈ ਕਿ ਜਦੋਂ ਮਰਨ ਵਰਤ ਬਹੁਤ ਗੰਭੀਰ ਹੋ ਗਿਆ, ਸੰਤ ਜੀ ਇਦਾਂ ਹੀ ਲੱਗਿਆ ਕਿ ਅੱਜ ਗਏ ਤਾਂ ਸਾਰਾ ਪੰਜਾਬ ਕੰਬ ਰਿਹਾ ਸੀ, ਨਹਿਰੂ ਵੀ ਡਰ ਗਿਆ। ਤਾਂ ਕੈਰੋਂ ਸਾਹਿਬ ਨੇ ਉਸ ਵਕਤ, ਇਹ ਇਤਿਹਾਸਕ ਸੱਚਾਈ ਹੈ, ਇਹ ਸੋਚ ਕੇ ਮੈਂ ਹੁਣ ਕਿਵੇਂ ਮਰਨ ਵਰਤ ਰੋਕਾਂ ਔਰ ਇੱਕ ਤੀਰ ਨਾਲ ਦੋ ਸ਼ਿਕਾਰ ਕਰਨਾ ਕਿ ਮਾਸਟਰ ਤਾਰਾ ਸਿੰਘ ਨੂੰ ਲਾ ਲਾਂ। ਉਹਨੇ ਮਾਸਟਰ ਤਾਰਾ ਸਿੰਘ ਨੂੰ ਜੇਲ੍ਹ ਚੋਂ ਰਿਹਾ ਕਰਤਾ ਅਨਕੰਡੀਸ਼ਨਲ। ਰਾਤੋਂ ਰਾਤ ਮਾਸਟਰ ਤਾਰਾ ਸਿੰਘ ਨੂੰ ਅੰਮ੍ਰਿਤਸਰ ਲਿਆਏ। ਹੁਣ ਜਦ ਸਵੇਰੇ ਮਾਸਟਰ ਤਾਰਾ ਸਿੰਘ ਗੋਲਡਨ ਟੈਂਪਲ ਪਹੁੰਚੇ, ਸਾਰੇ ਲੋਕ ਇਕੱਠੇ ਹੋ ਕੇ ਨਾਰੇ ਲੱਗੇ, ਸੰਤ ਬਚਾਓ, ਸੰਤ ਬਚਾਓ। ਦੇਖੋ ਕਿਆ ਸਥਿਤੀ ਹੋਈ ਕਿ ਸਾਰੀ ਦੁਨੀਆ ਨੇ ਪ੍ਰੈਸ਼ਰ ਪਾਤਾ ਮਾਸਟਰ ਤਾਰਾ ਸਿੰਘ ਤੇ ਕਿ ਸੰਤ ਬਚਾਓ। ਇਹ ਕੈਰੋਂ ਨੇ ਉਸ ਵਕਤ ਆਰਗੇਨਾਈਜ਼ ਕੀਤਾ। ਉਹਦਾ ਕੀ ਹੋਇਆ ਕਿ ਮਾਸਟਰ ਤਾਰਾ ਸਿੰਘ ਨੇ ਹੁਕਮ ਦੇ ਕੇ ਸੰਤ ਦਾ ਵਰਤ ਤੁੜਾਤਾ। ਸੰਤ ਦਾ ਵਰਤ ਤੁੜਾਉਣ ਵਿੱਚ ਮਾਸਟਰ ਜੀ ਨੇ ਬਹੁਤ ਇਸ ਕਰ ਕੀਤਾ ਕਿ ਪਬਲਿਕ, ਪਰ ਨਾਲ ਹੀ ਲੋਕਾਂ ਨੇ ਕਿਹਾ ਜੀ ਜੇ ਸੰਤ ਨਹੀਂ ਤੇ ਮਾਸਟਰ ਤਾਰਾ ਸਿੰਘ ਵਰਤ ਰੱਖੇ। ਸੋ ਜਿਹੜਾ ਅੱਜ ਦੁਨੀਆ ਮਾਸਟਰ ਜੀ ਨੂੰ ਖਿਲਾਫ ਬੋਲਦੀ ਹੈ ਕਿ ਉਹ ਮਰਨ ਵਰਤ ਤਾਂ ਰੱਖਿਆ ਕਿ ਪ੍ਰੈਸ਼ਰ ਪੋਲੀਟੀਕਲ ਇੰਨਾ ਪੈ ਗਿਆ ਕਿ ਸੰਤ ਬਚਾਓ, ਮਾਸਟਰ ਜੀ ਤੁਸੀਂ ਬੈਠੋ। ਸੋ ਇਹ ਕੈਰੋਂ ਸਾਹਿਬ ਦੀ ਉਸ ਵਕਤ ਬਹੁਤ ਵੱਡੀ, ਜਿੱਦਾਂ ਕਿ ਮੈਂ ਬਿਲਕੁਲ ਜਿਵੇਂ ਸੱਚਾਈ ਬੋਲ ਰਿਹਾ ਕਿਉਂਕਿ ਮੈਨੂੰ ਖੁਦ ਇਹ ਪ੍ਰਤਾਪ ਸਿੰਘ ਕੈਰੋਂ ਜੀ ਨੇ ਦੱਸਿਆ। ਮੈਂ ਪਬਲਿਕ ਰਿਲੇਸ਼ਨ ਮਹਿਕਮੇ ਸੀ। ਸੋ ਇਹ ਕੈਰੋਂ ਦੀ ਜਿਵੇਂ ਕਹਿੰਦੇ ਨਾ ਹਾਰਸ ਮਾਊਥ ਸਟੋਰੀ ਹੈ। ਉਹਦਾ ਕੀ ਹੋਇਆ, ਮਾਸਟਰ ਤਾਰਾ ਸਿੰਘ ਵਰਤ ਰੱਖਿਆ ਗਿਆ, ਵਰਤ ਲੰਮਾ ਹੋ ਗਿਆ, ਅਚੀਵਮੈਂਟ ਨਾ ਹੋਈ, ਮਾਸਟਰ ਜੀ ਨੇ ਵਰਤ ਤੋੜਤਾ। ਉਹ ਜਿਹੜਾ ਵਰਤ ਤੋੜਨ ਦਾ ਜਿਹੜਾ ਇੱਕ ਕਲੰਕ ਰਿਹਾ ਮਾਸਟਰ ਦੇ ਸਿਰ ਕਿ ਸਾਰੀ ਉਮਰ, ਤੇ ਉਹ ਲੀਡਰਸ਼ਿਪ ਕੀ ਹੋਈ, ਮਾਸਟਰ ਜੀ ਹਟ ਗਏ, ਸੰਤ ਫਤਿਹ ਸਿੰਘ ਆ ਗਏ। ਲੇਕਿਨ ਜਿਹੜੀ ਗੱਲ ਮੈਂ ਸ਼ੁਰੂ ਕੀਤੀ, ਕੈਰੋਂ ਸਾਹਿਬ ਦੀ ਕੀ ਪੋਜੀਸ਼ਨ ਹੈ ਕਿ ਜਦੋਂ ਸੰਤ ਫਤਿਹ ਸਿੰਘ ਆ ਗਏ, ਸੰਤ ਫਤਿਹ ਸਿੰਘ ਪ੍ਰੋ ਸੈਂਟਰ ਸਨ। ਸੰਤ ਫਤਿਹ ਸਿੰਘ ਉਦੋਂ ਹਰ ਵਕਤ ਜੋ ਸੈਂਟਰ ਗਏ ਜੀ, ਇਹਨਾਂ ਨੂੰ ਬੜੀ ਵਡਿਆਈ ਦਿੱਤੀ ਸੰਤ ਸੈਂਟਰ ਨੇ। ਜੋ ਸੰਤ ਜੀ ਕਰਨ, ਪੰਜਾਬੀ ਸੂਬਾ, ਨਹਿਰੂ ਚਲਾ ਗਿਆ ਉਹਨਾਂ ਦਿਨਾਂ, ਇੰਦਰਾ ਜੀ ਆ ਗਏ, ਪੰਜਾਬੀ ਸੂਬਾ ਬਣ ਗਿਆ। ਲੇਕਿਨ ਜਿਹੜੀ ਗੱਲ ਕੈਰੋਂ ਤੋਂ ਸ਼ੁਰੂ ਕਰਦੇ ਆ ਕਿ ਨਹਿਰੂ ਦੀ ਡੈਥ ਤੋਂ ਬਾਅਦ ਕੈਰੋਂ ਵਾਜ਼ ਰਿਮੂਵਡ ਜੀ, ਕੈਰੋਂ ਵਾਜ਼ ਰਿਮੂਵਡ। ਉਹਦੀ ਜਗ੍ਹਾ ਰਾਮ ਕਿਸ਼ਨ ਮੁੱਖ ਮੰਤਰੀ ਆ ਜੀ। ਜਦੋਂ ਕੈਰੋਂ ਹਟ ਗਏ ਤਾਂ ਮੈਂ ਉਹਨਾਂ ਨੂੰ ਮਿਲਣ ਜਾਂਦਾ ਸੀ। ਉਹਦੀ ਕੋਠੀ ਆਲਾ ਰਹਿੰਦੇ ਸੀ, ਸਰਕਾਰੀ ਕੋਠੀ ਖਾਲੀ ਨਹੀਂ ਸੀ। ਮੈਂ ਅੰਬਾਲੇ DPRO ਚ, ਮੈਨੂੰ ਇੱਕ ਦੀ ਝਿਜਕ ਨਹੀਂ ਆਈ ਕਿ ਹਟੇ ਬੰਦੇ ਨੂੰ, ਮੈਂ ਤੇ ਗਿਆਨੀ ਜੈਲ ਸਿੰਘ ਹਟੇ, ਮੈਂ ਵੀ ਉਹਨਾਂ ਦੇ ਕੋਲ ਤਾਂ ਜਾਂਦਾ। ਉਹ ਵੀ ਮੈਨੂੰ, ਮੇਰੀ ਸਮਝੋ ਵਡਿਆਈ ਹੈ ਕਿ ਮੈਂ ਜਿੱਦਾਂ ਹਟ ਜਾਏ ਬੰਦਾ ਉਹਦੇ ਨਾਲ ਮੈਂ ਤਲਕ ਨਹੀਂ ਤੋੜਦਾ। ਕੈਰੋਂ ਸਾਹਿਬ ਨੇ ਮੈਨੂੰ ਇਹ ਸੁਣਾਇਆ ਕਿ ਮੇਰੀ ਪੋਲੀਟੀਕਲ ਗਲਤੀ ਇੱਕੋ ਹੋਈ ਅੱਜ ਤੱਕ ਹਿਸਟਰੀ ਕਿ ਮੈਂ ਮਾਸਟਰ ਤਾਰਾ ਸਿੰਘ ਨੂੰ ਡਾਊਨ ਕਰਨ 'ਚ ਸਾਰਾ ਜ਼ੋਰ ਲਾਤਾ। ਜੇ ਮਾਸਟਰ ਤਾਰਾ ਸਿੰਘ ਪੋਲੀਟੀਕਲ ਤਾਕਤ ਰਹਿੰਦੀ ਤਾਂ ਮੇਰੀ ਲੋੜ ਸੈਂਟਰ ਨੂੰ ਸੀ ਤੇ ਮੈਨੂੰ ਕੱਢਿਆ ਨਾ ਜਾਂਦਾ। ਸੋ ਇਹ ਇੱਕ ਇਤਿਹਾਸਕ ਸੱਚਾਈ ਹੈ ਕੈਰੋਂ ਸਾਹਿਬ ਦੇ ਰਾਜ, ਜੋ ਮੈਂ ਇਸ ਨਾਲ ਕਨੈਕਟਡ ਗੱਲ ਜਿਹੜਾ ਤੁਸੀਂ ਚਾਹੁੰਦੇ ਹੋ ਕਿ ਜਿਹੜੀ ਸਿੱਖ ਦੀ ਸ਼ਕਤੀ ਹੈ ਉਹ ਹਰ ਇੱਕ ਨੂੰ ਪਤਾ ਹੈ। ਸਿੱਖ ਆਇਡੈਂਟੀ ਦੀ ਹਰ ਕੋਈ ਕਦਰ ਹੈ। ਹਿੰਦੁਸਤਾਨ ਦੇ ਇਤਿਹਾਸ ਵਿੱਚ ਸਿੱਖ 1% ਤੋਂ ਵੀ ਘੱਟ ਹੋ ਕੇ ਵੀ ਬਰਾਬਰ ਦਾ ਹੱਕਦਾਰ ਰਿਹਾ। ਇਹ ਬੜੀ ਵੱਡੀ ਇਤਿਹਾਸ ਹੈ। ਅੱਜ ਉਸ ਗੱਲ ਦੇ ਉਲਟ ਹੈ। ਅੱਜ ਕੀ ਹੈ ਕਿ ਸਿੱਖ ਆਇਡੈਂਟੀ, ਸਿੱਖ ਤੇ ਆਬਾਦੀ 2 ਕਰੋੜ ਹੋ ਗਈ ਜੀ, ਲੇਕਿਨ ਜਿਹੜੀ ਸਾਡੀ ਇੰਪੋਰਟੈਂਸ ਹੈ ਉਹ ਬਹੁਤ ਘਟ ਗਈ। ਸਰਦਾਰ ਸਾਹਿਬ, ਜਿਹੜਾ ਸਵਾਲ ਪੈਦਾ ਹੁੰਦਾ ਹੈ ਕਿ ਕੇਂਦਰ ਸਦਾ ਸਿੱਖ ਕਮਿਊਨਿਟੀ ਦੀ ਜਿਹੜੀ ਲੀਡਰਸ਼ਿਪ ਹੈ, ਜਿਹੜੀ ਪਾਰਟੀ ਰਹੀ ਹੈ ਅਕਾਲੀ, ਉਹਨੂੰ ਤਾਕਤਵਰ ਹੁੰਦੇ ਨਹੀਂ ਦੇਖਣਾ ਚਾਹੁੰਦਾ। ਔਰ ਬਦਕਿਸਮਤੀ ਤਰਾਸਦੀ ਇਹ ਰਹੀ ਕਿ ਸਾਡੇ ਆਪਣੇ ਹੀ ਲੋਕ ਉਹਨਾਂ ਦੇ ਘਵਾੜੇ ਦਾ ਦਸਤਾ ਬਣ ਜਾਂਦੇ ਰਹੇ। ਜਿਵੇਂ ਪ੍ਰਤਾਪ ਸਿੰਘ ਕੈਰੋਂ ਬਣੇ, ਨਹਿਰੂ ਦੇ ਨਜ਼ਰੀਏ ਤੋਂ ਅਕਾਲੀ ਮੂਵਮੈਂਟ ਕਮਜ਼ੋਰ ਹੋਈ, ਜਾਂ ਹਾਲਾਂਕਿ ਅਕਾਲੀ ਲੀਡਰਸ਼ਿਪ ਸਮਾਨਾਂਤਰ ਤੁਰਦੀ ਵੀ ਰਹਿੰਦੀ ਹੈ। ਅੱਜ ਵੀ ਉਹੀ ਵਰਤਾਰੇ ਸਰਗਰਮ ਆ ਕਿ ਕੇਂਦਰ ਕਿਤੇ ਨਹੀਂ ਚਾਹੁੰਦਾ ਕਿ ਜਿਹੜੀ ਕੋਈ ਘੱਟ ਗਿਣਤੀ ਆ ਉਹ ਇੰਨੀ ਪਾਵਰਫੁਲ ਹੋਵੇ ਕਿ ਸਾਨੂੰ ਉਹਨਾਂ ਦੀ ਹਰ ਗੱਲ ਮੰਨਣੀ ਪਵੇ। ਸੋ ਇਹ ਜਿਹੜੇ ਵਰਤਾਰੇ ਆ ਅੱਜ, ਇਹਨਾਂ ਦੇ ਵਿੱਚ ਰੋਲ ਮੌਜੂਦਾ ਜਿਹੜੇ ਅਕਾਲੀ ਲੀਡਰ ਜਿਹੜੇ ਡੋਮੀਨੇਟ ਕਰ ਰਹੇ ਅਕਾਲੀ ਪੋਲਿਟਿਕਸ ਨੂੰ, ਉਹ ਕੇਂਦਰ ਦੇ ਹੱਥ ਠੋਕੇ ਬਣੇ ਹੋਏ ਆ। ਆਖਰ ਸਿੱਖਾਂ ਦੀ ਲੀਡਰਸ਼ਿਪ ਛੋਟੇ ਸਮਝੌਤੇ ਕਿਉਂ ਕਰਦੀ ਹੈ, ਇਹ ਵੱਡਾ ਸਵਾਲ ਹੈ। ਔਰ ਆਖਰ ਅਸੀਂ ਇਹੋ ਜਿਹੇ ਲੀਡਰ ਚੁਣਦੇ ਕਿਵੇਂ ਆ? ਕੀ ਸਾਨੂੰ ਇਤਿਹਾਸ ਨਹੀਂ ਪਤਾ? ਕਿ ਅਸੀਂ ਸਮਝਣ ਜੋਗੇ ਨਹੀਂ? ਜੇਕਰ 3 ਧਿਰਾਂ ਸੀ ਪਾਰਟੀਸ਼ਨ ਵੇਲੇ, ਸਿੱਖ ਪੂਰੀ ਬਰਾਬਰ ਦੀ ਧਿਰ ਸੀ, ਹਰ ਫੈਸਲੇ 'ਚ ਬਹਿੰਦੇ ਸੀ ਤੇ ਸੱਦੇ ਜਾਂਦੇ ਸੀ, ਤੇ ਅੱਜ ਤੇ ਸਾਨੂੰ ਪੰਜਾਬ ਨੂੰ ਕੋਈ ਦੇਖਣਾ ਵੀ ਨਹੀਂ ਚਾਹੁੰਦਾ। ਸਾਡੀਆਂ 13 ਸੀਟਾਂ ਨੂੰ ਗੌਲਦੇ ਹੀ ਨਹੀਂ ਅਗਲੇ। ਸਾਨੂੰ ਸਮਝਦੇ ਆ ਕਿ ਇਹਨਾਂ ਦਾ ਕੇਂਦਰ ਦੀ ਸਰਕਾਰ ਬਣਾਉਣ 'ਚ ਜਾਂ ਤੋੜਨ 'ਚ ਜਾਂ ਰਹਿਣ 'ਚ ਜਾਂ ਕੋਈ ਰੋਲ ਹੀ ਹੈ ਨਹੀਂ। ਸਾਡੀ ਭੂਮਿਕਾ ਇੰਨੀ ਛੋਟੀ ਕਿਉਂ ਹੋ ਗਈ? ਹਾਲਾਂਕਿ ਸਾਡੀਆਂ ਕੁਰਬਾਨੀਆਂ ਦਾ ਵੱਡਾ ਇੱਕ ਸਿਲਸਿਲਾ, ਤੇ ਅਸੀਂ ਉਹਦਾ ਲਗਾਤਾਰ ਪ੍ਰਚਾਰ ਵੀ ਕਰਦੇ ਹਾਂ। ਹੁਣ ਤਾਂ ਭੰਡੀ ਪ੍ਰਚਾਰ ਵਾਂਗ ਲੱਗਣ ਲੱਗ ਗਿਆ, ਕਿਉਂਕਿ ਵਕਤ ਤਾਂ ਕੋਈ ਹੈ ਨਹੀਂ, ਮੁੱਲ ਤੇ ਸਾਡਾ ਪੈਂਦਾ ਨਹੀਂ।
ਇਹ ਰੰਧਾਵਾ ਸਾਹਿਬ ਬੜਾ ਤੁਸੀਂ ਇੱਕ ਕੁਐਸਚਨ ਜਿਹੜਾ ਮਾਰਕ ਪਾਇਆ ਹੈ, ਇਹ ਹੀ ਮੈਂ ਰੋਜ਼ ਡਿਮਾਂਡ ਕਰਦਾ ਕਿ ਸਿੱਖ ਕਮਿਊਨਿਟੀ, ਸਿੱਖ ਇੰਟੈਲੀਜੈਂਸੀ ਆ ਇਹ ਸੋਚੇ। ਕਿੱਡੀ ਵੱਡੀ ਗੱਲ ਤੁਸੀਂ ਕਹਿ ਗਏ ਕਿ 1945, 1946, 1947 3 ਸਾਲ ਹਿੰਦੁਸਤਾਨ ਦੇ ਜਦੋਂ ਆਜ਼ਾਦ ਹੋਣ ਦੇ ਇਹ ਬੜੇ ਕ੍ਰੂਸ਼ਲ। ਉਹਨਾਂ 3 ਸਾਲਾਂ ਵਿੱਚ ਪਰ ਅੰਗਰੇਜ਼ ਸਰਕਾਰ ਸੀ, ਉਹਨਾਂ ਨੇ 3 ਧਾਰਾਂ ਮੰਨੀਆਂ ਜੀ, ਨਹਿਰੂ, ਜਿੰਨਾ ਔਰ ਮਸਤਾਰਾ ਸਿੰਘ। ਇਟ ਮੀਨ ਕਿ ਅਕਾਲੀ ਦਲ ਜਾਂ ਸਿੱਖ ਤੀਜੀ ਧਿਰ ਮੰਨਿਆ ਗਿਆ ਜੀ, ਔਰ ਤੀਜੀ ਧਿਰ ਨੇ ਲੰਡਨ ਜਾ ਕੇ ਤਿੰਨਾਂ ਨੇ ਹੀ ਸਾਈਨ ਕੀਤੇ। ਬਲਦੇਵ ਸਿੰਘ ਜੀ ਗਏ ਸਿੱਖਾਂ ਵੱਲੋਂ ਕਿ ਹਿੰਦੁਸਤਾਨ ਆਜ਼ਾਦ ਹੋ ਰਿਹਾ। ਸੋ ਉਹ ਧਿਰ ਉੱਥੇ, ਤੇ ਅੱਜ ਅਸੀਂ ਪੰਜਾਬ ਦੀ ਦੂਜੀ ਪਾਰਟੀ ਦੀ ਪੋਜੀਸ਼ਨ 'ਚ ਨਹੀਂ ਹੈ। ਸੋ ਇਹ ਇੱਕ ਸਾਡਾ, ਲੇਕਿਨ ਇਹ ਇਤਿਹਾਸ ਦਾ ਜਿਹੜਾ ਡਾਊਨਫਾਲ ਹੈ, ਇੰਪੋਰਟੈਂਸ ਆ, ਇਹ ਲੀਡਰਸ਼ਿਪ ਖੁਦ ਇਸ ਨੂੰ ਪ੍ਰੂਵ ਕਰੇ ਕਿਉਂ ਹੋਇਆ। ਇਸ ਕਰਕੇ ਸਿੱਖ ਦੀ ਕਦਰ ਹੈ, ਸਿੱਖ ਹੈ, ਇੱਕ ਨਾ ਭੁੱਲਿਓ। ਬੜੀ ਵੱਡੀ ਗੱਲ ਹੈ ਕਿ ਸਿੱਖ ਗੁਰੂ ਦੀ ਬਖਸ਼ਿਸ਼ ਨਾਲ ਸ਼ਕਤੀਵਾਨ ਹੈ। ਬੜੀ ਵੱਡਾ ਜੋ ਹਿੰਦੁਸਤਾਨ ਦਾ ਇਤਿਹਾਸ ਹੈ ਉਹਦੇ 'ਚ ਸਿੱਖ ਦੀ ਕਦਰ ਹੈ। ਚਾਹੇ ਅਸੀਂ ਲੜਾਈ 'ਚ ਲੜੀ, ਚਾਹੇ ਅਸੀਂ ਮੁਗਲਾਂ ਦੇ ਟਾਈਮ ਲੜੇ, ਚਾਹੇ ਮਹਾਰਾਜਾ ਰਣਜੀਤ ਸਿੰਘ ਪੈਦਾ ਕੀਤਾ, ਚਾਹੇ ਅਸੀਂ ਫਰੀडम ਮੂਵਮੈਂਟ ਲੜੀ, ਚਾਹੇ ਅਸੀਂ ਮਾਈਗ੍ਰੇਸ਼ਨ ਵਕਤ 5 ਲੱਖ ਸ਼ਹੀਦ ਹੋਏ, ਚਾਹੇ ਅਸੀਂ ਪੰਜਾਬ ਵੰਡ ਕੇ ਲਿਆਂਦਾ, ਵਰਨਾ ਹੱਦ ਗੁੜਗਾਉਂ ਹੋਣੀ ਸੀ ਜਿਹੜੀ ਵਾਗੇ ਹੈ। ਸੋ ਇਸ ਗੱਲ ਦੀ ਸਿੱਖਾਂ ਦੀ ਲੋਕਾਂ ਨੂੰ ਨੌਲੇਜ ਹੈ ਜੀ। ਲੇਕਿਨ ਜਦੋਂ ਸਿੱਖ ਆਪਣੀ ਪੰਥਕ ਏਜੰਡੇ ਤੋਂ ਦੂਰ ਚਲਾ ਜਾਏ, ਜਦੋਂ ਇਹ ਮਹਿਸੂਸ ਨਹੀਂ ਕਰੇ ਮੈਂ ਤਾਂ ਸਿੱਖ ਹੋਣ ਦਾ ਨਹੀਂ ਜੀ, ਮੈਂ ਤਾਂ ਲੋਕਾਂ ਦੀ ਪਾਰਟੀ ਆ, ਮੈਂ ਤਾਂ ਜੀ ਸਾਡੀ ਤਾਂ ਸਭ ਦੀ ਸਾਂਝੀ ਹੈ ਜੀ, ਅਸੀਂ ਕੇਵਲ ਪਿੰਡਾਂ ਦੇ ਜ਼ਿਮੀਂਦਾਰਾਂ ਨੂੰ ਹੀ ਇਹ ਹੁਣ ਬਿਜਲੀ ਫ੍ਰੀ ਦੇਤੀ, ਬਸ ਸਾਡਾ ਕੰਮ ਹੋ ਗਿਆ। ਅਸੀਂ ਜਿਹੜੀ ਸਿੱਖ ਸਾਈਕੀ ਹੈ ਉਹਨੂੰ ਨਾ ਅੰਡਰਸਟੈਂਡ ਕੀਤਾ, ਉਹਨੂੰ ਗਵਾ ਬੈਠੇ। ਉਹ ਇਸ ਕਰਕੇ ਸਿੱਖਾਂ ਨੇ ਫਿਰ ਸਾਨੂੰ ਡਿਸਓਨ ਕਰਤਾ। ਜਦੋਂ ਸਿੱਖ ਡਿਸਓਨ ਕਰਦਾ, ਸੈਂਟਰ ਕਿਉਂ ਨਹੀਂ ਕਰੇਗਾ? ਕਿਉਂਕਿ ਗਵਰਨਮੈਂਟ ਆਫ ਇੰਡੀਆ ਦੀਆਂ ਏਜੰਸੀਆਂ ਬੜੀਆਂ ਪਾਵਰਫੁਲ ਹੈ ਔਰ ਬੜੀਆਂ ਸਿਆਣੀਆਂ ਹੈ। ਉਹਨਾਂ ਕੋਲ ਸੈੱਲ ਹੈ ਜਿਹੜੇ ਹਮੇਸ਼ਾ ਸਟੱਡੀ ਕਰਦੇ। ਇਹ ਸਟੱਡੀ ਦੁਨੀਆ ਵੀ ਕਰਦੀ ਹੈ। ਦੇਖੋ ਕੈਨੇਡਾ ਸਟੱਡੀ ਕਰਦਾ, ਅੱਜ ਸਿੱਖਾਂ ਦੀ ਜਾਇਜ਼ਾ ਕਰਤੀ ਉਹਨੇ। ਮੇਰਾ ਮਤਲਬ ਹੈ ਕਿ ਸਟੱਡੀ ਸਾਰੇ ਕਰਦੇ ਆ, ਪਰ ਸਿੱਖ ਸ਼ਕਤੀ ਤੇ ਉਭਰੇ, ਉਹ ਸਾਡੀ ਸ਼ਕਤੀ ਰੰਧਾਵਾ ਜੀ, ਉਹ ਗੱਲ ਹੁਣ ਨਜ਼ਰ ਨਹੀਂ ਆਈ। ਹਾਂ ਇੱਕ ਵਾਰੀ ਆਈ। ਇੱਕ ਹੋਰ ਸਵਾਲ ਜਿਹੜਾ ਮੇਰੇ ਜ਼ਿਹਨ 'ਚ ਉੱਠਦਾ ਹੈ ਕਿ ਸਾਡੀ ਜਿਹੜੀ ਲੀਡਰਸ਼ਿਪ ਹੈ ਇਹ ਸਿਰਫ ਕੁਰਸੀ ਭਾਲਣ ਤੱਕ ਮਹਦੂਦ ਆ। ਇਹਨਾਂ ਨੂੰ ਲੱਗਦਾ ਕਿ ਸਾਨੂੰ ਝੰਡੀ ਵਾਲੀ ਕਾਰ ਤੇ ਲੈਟਰ ਹੈਡ ਦੇ ਉੱਤੇ ਬਣਿਆ ਸ਼ੇਰ ਦਾ ਨਿਸ਼ਾਨ ਮਿਲ ਜੇ। ਉਹ ਮੈਨੂੰ ਲੱਗਦਾ ਕਿ ਉਹਨਾਂ ਦੂਰ ਹੁੰਦਾ ਜਾਂਦਾ ਹੈ ਜਿੰਨੀ ਅਸੀਂ ਉਹਦੇ ਵੱਲ ਨੂੰ ਦੌੜ ਲਾਉਂਦੇ ਆ। ਸਵਾਲ ਇਹ ਸੀਗਾ ਕਿ ਜੇਕਰ ਅਸੀਂ ਆਪਣੀ ਕਮਿਊਨਿਟੀ ਦੇ ਮਸਲੇ ਠੀਕ ਤਰੀਕੇ ਨਾਲ ਐਡਰੈਸ ਕਰਦੇ, ਜੇਕਰ ਅਸੀਂ ਆਪਣੇ ਲੋਕਾਂ ਦੀ ਪ੍ਰਤੀਨਿਧਤਾ ਕਰਦੇ ਤੇ ਉਹ ਸਾਨੂੰ ਚੁਣਦੇ ਔਰ ਬਿਹਤਰ ਤਰੀਕੇ ਨਾਲ ਸਾਨੂੰ ਮੰਨ ਲੈਂਦੇ। ਅੱਜ ਸਵਾਲ ਇਹੀ ਹੈ ਕਿ ਅਸੀਂ ਆਪਣੀ ਬਣਦੀ ਜ਼ਿੰਮੇਵਾਰੀ ਨਿਭਾਈ ਨਹੀਂ, ਲੋਕਾਂ ਸਾਨੂੰ ਰੱਦ ਕਰਤਾ। ਦੋਸ਼ ਅਸੀਂ ਇਹ ਲਾਈ ਜਾਂਦੇ ਆ ਕਿ ਸਾਡੇ ਖਿਲਾਫ ਕਨਸਪੀਰੇਸੀ ਹੁੰਦੀ ਹੈ। ਸਵਾਲ ਇਹ ਆ ਕਿ ਤੁਸੀਂ ਪੰਥਕ ਕੰਮ ਕਰੋ, ਕਮਿਊਨਿਟੀ ਲਈ ਹਰ ਵੇਲੇ ਉਪਲਬਧ ਹੋਵੋ, ਇਹਦੇ ਮਸਲਿਆਂ ਨੂੰ ਦੂਰਦਰਸ਼ੀ ਤਰੀਕੇ ਨਾਲ ਸਮਝੋ ਤੇ ਹੱਲ ਕਰਨ ਦਾ ਯਤਨ ਕਰੋ। ਮੇਰੇ ਖਿਆਲ ਕੁਰਸੀ ਦੂਰ ਹੀ ਨਹੀਂ ਰਹਿੰਦੀ ਕਦੇ ਵੀ, ਕੁਰਸੀ ਤਾਂ ਤੁਹਾਡੇ ਪੈਰਾਂ 'ਚ ਤੁਰੀ ਆਊਗੀ ਜੇ ਲੋਕ ਨਾਲ ਹੋਣਗੇ। ਇੱਥੇ ਆ ਕੇ ਜਿਹੜੀ ਸਾਡੀ ਲੀਡਰਸ਼ਿਪ ਹੈ ਉਹ ਯੂ ਟਰਨ ਕਦੋਂ ਮਾਰਦੀ ਹੈ, ਇਹ ਸਵਾਲ ਵੱਡਾ ਹੈ। ਕਿਉਂਕਿ ਤੁਸੀਂ ਇਹਨਾਂ ਦੇ ਨਾਲ ਚੱਲਿਓ। ਇੱਕ ਸਮਾਂ ਸੀ ਕਿ ਅਕਾਲੀ ਦਲ ਸਟਰਗਲ ਕਰਦਾ ਸੀ, ਲੋਕ ਪਾਵਰ ਦੇ ਦਿੰਦੇ ਸੀ। ਅੱਜ ਸਟਰਗਲ ਕੁਰਸੀ ਲਈ ਹੁੰਦੀ ਹੈ, ਲੋਕ ਪਿਛਾਂ ਤੁਰ ਗਏ। ਇਹ ਇੱਕ ਵੱਡਾ ਸਵਾਲ ਹੈ। ਤੁਹਾਨੂੰ ਲੱਗਦਾ ਹੈ ਇਹ ਕਦੋਂ ਬਦਲ ਗਿਆ ਸਾਡਾ ਐਟੀਟਿਊਡ, ਕਦੋਂ ਅਸੀਂ ਰਵੱਈਆ ਬਦਲ ਲਿਆ? ਈਵਨ ਰੰਧਾਵਾ ਜੀ, ਅੰਗਰੇਜ਼ ਦੇ ਰਾਜ ਜੀ, ਗੁਰਦੁਆਰਿਆਂ ਦੀ ਐਜੀਟੇਸ਼ਨ, ਸਿੱਖਾਂ ਦੇ ਜ਼ੁਲਮ, ਉਦੋਂ ਵੀ ਜਦੋਂ ਸਿੱਖ ਸ਼ਕਤੀ ਉਭਰੀ ਤਾਂ ਅੰਗਰੇਜ਼ ਅੰਮ੍ਰਿਤਸਰ ਦਰਬਾਰ ਸਾਹਿਬ ਆਇਆ ਚਾਬੀਆਂ ਦੇਣ, ਔਰ ਲਓ ਜੀ ਅਸੀਂ ਹਾਰੇ ਤੁਸੀਂ ਜਿੱਤੇ ਜੀ। ਸੋ ਸਿੱਖ ਸ਼ਕਤੀ ਅੰਗਰੇਜ਼ ਵਕਤ ਵੀ ਪਰਖੀ ਗਏ। ਬਾਬਾ ਖੜਕ ਸਿੰਘ ਖੜਾ ਰਿਹਾ, ਕਹਿੰਦਾ ਮੈਂ ਦਫ਼ਤਰ ਨੇ ਇੱਥੇ ਲਿਆਓ ਚਾਬੀਆਂ, ਡੀਸੀ ਦੇਣ ਆਇਆ ਚਾਬੀਆਂ। ਸੋ ਇਹ ਸਿੱਖ ਸ਼ਕਤੀ ਅੰਗਰੇਜ਼ ਨਹੀਂ ਮੰਨੀ। ਲੇਕਿਨ ਸਾਡੀ ਪ੍ਰੋਬਲਮ ਜੋ ਆਰੰਭ ਕੀਤੀ ਹੈ ਕਿ ਰਾਜ ਭਾਗ ਲੈਣਾ, ਕੁਰਸੀ ਲੈਣਾ ਹਰ ਇੱਕ ਦੀ ਐਂਬੀਸ਼ਨ ਹੈ, ਉਹ ਲਵੋ। ਲੇਕਿਨ ਸਵਾਲ ਤੇ ਹੈ ਸਿੱਖ ਸ਼ਕਤੀ ਕਦੋਂ ਉਭਰੀ? ਇੱਕ ਵਾਰੀ ਉਭਰੀ ਜਦੋਂ ਅਸੀਂ 300 ਸਾਲਾ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਹਜ਼ੂਰ ਸਾਹਿਬ ਬਣਾਇਆ ਜੀ। ਉਦੋਂ ਇੰਡੀਆ ਸਰਕਾਰ ਮੰਨੀ ਕਿ ਸਿੱਖਾਂ ਦੀ ਲੋੜ ਹੈ, ਵਰਨਾ 2000 ਕਰੋੜ ਰੁਪਇਆ ਪਸਰੀਚਾ ਸਾਹਿਬ ਤੁਹਾਡੇ ਕੋਲ ਆਏ ਕਈ ਵਾਰੀ, ਉਹਨਾਂ ਨੂੰ ਬੁਲਾ ਕੇ ਪੁੱਛੋ। ਹਿੰਦੁਸਤਾਨ ਵਿੱਚ ਪਹਿਲਾ ਨਵਾਂ ਸ਼ਹਿਰ ਹਜ਼ੂਰ ਸਾਹਿਬ ਬਣਾਇਆ ਭਾਰਤ ਸਰਕਾਰ ਦੇ ਖਰਚੇ, ਨੰਦੇੜ। ਸ਼ਕਤੀ ਸੀ ਨਾ ਜੀ। ਵੀ ਦੂਜੀ ਸ਼ਕਤੀ ਲੱਭੀ ਜਦੋਂ ਇਹ ਹੁਣ ਦੁਬਾਰਾ 350 ਸਾਲਾ ਪਟਨਾ ਸਾਹਿਬ ਬਣਾਇਆ ਗਿਆ ਹੈ ਨਾ। ਚੀਫ ਮਿਨਿਸਟਰ ਨੇ ਕਿਉਂ ਮੰਨਿਆ? ਉਹ ਸ਼ਕਤੀ ਸੀ ਨਾ। ਚੌਥਾ ਹੁਣ ਗੁਰੂ ਨਾਨਕ ਸਾਹਿਬ ਦਾ
ਸਾਰੀ ਦੁਨੀਆ ਵਿੱਚ ਭਾਰਤ ਸਰਕਾਰ ਨੂੰ ਵੀ ਮੰਨਣਾ ਪਿਆ ਕਿ ਗੁਰੂ ਨਾਨਕ ਸਾਹਿਬ ਹੀ ਦੁਨੀਆ 'ਚ ਸਾਡਾ ਮੈਸੇਜ ਦਿੰਦਾ। ਪਰ ਇਹ ਗੱਲ ਅਸੀਂ ਨਹੀਂ ਮਹਿਸੂਸ ਕਰਦੇ। ਜੋ ਤੁਸੀਂ ਕਹਿ ਰਹੇ ਹੋ ਨਾ, ਭੁੱਲਿਆ ਕੌਣ ਹੈ ਸ਼ਕਤੀ ਨੂੰ? ਸਿੱਖ ਲੀਡਰ। ਕਦੇ ਅੱਜ ਤੱਕ ਸਿੱਖ ਇਤਿਹਾਸ ਨੂੰ ਉਜਾਗਰ ਕਰਨ ਲਈ ਸਾਡੀ ਲੀਡਰਸ਼ਿਪ ਚੁੱਪ ਹੋ ਜਾਂਦੀ, ਭੁੱਲ ਜਾਂਦੀ ਹੈ। ਹੁਣ ਅੱਜ ਮਾਈਗ੍ਰੇਸ਼ਨ ਹੈ, ਤੁਸੀਂ ਇੱਕ ਵਾਰੀ ਪਿੱਛੇ ਕੀਤੀ ਗੱਲ ਕਿ ਕਿੱਡਾ ਰੌਲਾ ਹਿੰਦੁਸਤਾਨ ਹੈ ਜੀ, ਲੇਬਰ ਵਾਪਸ ਜਾਓ, ਕਿਤਨਾ ਖਰਚ ਹੋਇਆ ਜੀ, ਫ੍ਰੀ ਟਿਕਟ ਸਭ। ਉਹ ਜਿਹੜੀ ਮਾਈਗ੍ਰੇਸ਼ਨ ਸਾਡੀ ਹੋਈ 47 ਚ 5 ਲੱਖ ਸਿੱਖ ਮਰਿਆ ਪਾਕਿਸਤਾਨੋਂ ਹਿੰਦੁਸਤਾਨ ਆਉਣ ਲਈ, ਉਹ ਹੈ ਮਾਈਗ੍ਰੇਸ਼ਨ। ਉਹ ਅਸੀਂ ਲੋਕਾਂ ਨੂੰ ਕਿਉਂ ਨਹੀਂ ਦੱਸਦੇ ਕਿ ਭਰਾਵੋ ਇੰਡੀਆ ਵਾਲਿਓ, ਸਾਡੀ ਮਾਈਗ੍ਰੇਸ਼ਨ ਤੁਹਾਡੇ ਲਈ ਸੀ, ਇੰਡੀਆ ਬਚਾਉਣ ਲਈ। ਉਦੋਂ ਤੁਸੀਂ ਭੁੱਲ ਗਏ ਜੀ। ਕਦਰ, ਆਪਣੀ ਕਦਰ ਪਵਾਉਣੀ ਸਿੱਖੋ ਇਤਿਹਾਸ ਨੂੰ ਦੱਸ ਕੇ। ਇੱਕ ਸਰਦਾਰ ਸਾਹਿਬ ਇੱਕ ਹੋਰ ਪਹਿਲੂ ਜਿਹੜਾ ਬੜਾ ਅਹਿਮ ਆਉਂਦਾ ਹੈ ਕਿ ਜਦੋਂ ਮੈਂ ਪਿੱਛੇ ਦੇਖਦਾ ਪਾਰਟੀਸ਼ਨ ਤੋਂ ਬਾਅਦ ਤੇ ਲਗਾਤਾਰ ਇੱਕ ਸਮੂਹ ਰਿਹਾ ਲੀਡਰਸ਼ਿਪ ਦਾ, ਮਾਸਟਰ ਤਾਰਾ ਸਿੰਘ, ਸੰਤ ਫਤਿਹ ਸਿੰਘ, ਔਰ ਉਸ ਸਮੇਂ ਤੋਂ 6-7 ਇੱਕੋ ਜਿਹੇ ਲੀਡਰ ਤੁਰਦੇ ਰਹੇ ਆ। ਪਿੱਛੇ ਜਦੋਂ ਅਸੀਂ ਦੇਖਦੇ ਆ ਜਗਦੇਵ ਸਿੰਘ ਤਲਵੰਡੀ, ਗੁਰਚਰਨ ਸਿੰਘ ਟੌੜਾ, ਸੁਰਜੀਤ ਸਿੰਘ ਬਰਨਾਲਾ, ਬਲਵੰਤ ਸਿੰਘ ਔਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੋਂ ਲੈ ਕੇ ਉਦੋਂ ਵੀ 6-7 ਲੀਡਰ ਸਮਾਨਾਂਤਰ ਤੁਰਦੇ ਸੀ। ਕੋਈ ਇੱਕ ਪਾਵਰ ਸੈਂਟਰ ਨਹੀਂ ਸੀ, ਕੋਈ ਕੇਂਦਰੀਕਰਨ ਨਹੀਂ ਸੀ ਹੁੰਦਾ, ਔਰ ਇੱਕ ਕਲੈਕਟਿਵ ਲੀਡਰਸ਼ਿਪ ਨਾਲ ਸਲਾਹ ਮਸ਼ਵਰੇ ਦੇ ਰੂਪ ਦੇ ਵਿੱਚ ਸਲਾਹਾਂ ਹੁੰਦੀਆਂ ਸੀ। ਉਦੋਂ ਤੱਕ ਵੀ ਇੱਕ ਇੰਜ ਲੱਗਦਾ ਸੀ ਕਿ ਸਿੱਖਾਂ ਲਈ, ਖਾਸ ਤੌਰ ਤੇ ਪੰਜਾਬੀ ਪੂਰੇ ਲਈ ਇੱਕ ਤਰ੍ਹਾਂ ਨਾਲ ਹੀ ਇਹ ਨੁਮਾਇੰਦਗੀ ਕਰਦੇ ਸੀ, ਪੰਜਾਬ ਦੇ ਹੱਕਾਂ ਹਿੱਤਾਂ ਲਈ ਲੜਦੇ ਸੀਗੇ। ਜਦੋਂ ਸੈਂਟਰਲਾਈਜੇਸ਼ਨ ਹੁੰਦਾ ਗਿਆ, ਪਾਵਰ ਦਾ ਕੇਂਦਰੀਕਰਨ ਹੁੰਦਾ ਗਿਆ, ਉਹਦੇ ਨਾਲ ਲੋਕ ਸਾਡੇ ਤੋਂ ਟੁੱਟਦੇ ਗਏ। ਅਸੀਂ ਹੌਲੀ-ਹੌਲੀ ਲੀਡਰਸ਼ਿਪ ਦੇ ਖੰਭ ਕੁਤਰਦੇ ਰਹੇ, ਔਰ ਐਸੇ ਖੰਭ ਕੁਤਰਦੇ ਰਹੇ ਕਿ ਸਾਡੇ ਖੰਭ ਵੀ ਕੁਤਰੇ ਗਏ ਪੂਰੀ ਤਰ੍ਹਾਂ। ਇਹ ਗੱਲ ਸਮਝਣ ਦੀ ਲੋੜ ਹੀ ਨਹੀਂ ਮਹਿਸੂਸ ਹੋਈ ਕਿ ਇਤਿਹਾਸ ਕੁਝ ਹੋਰ ਸੀ ਤੇ ਵਰਤਮਾਨ ਚ ਸਾਡਾ ਐਕਟ ਕੁਝ ਹੋਰ ਆ। ਤੁਹਾਨੂੰ ਲੱਗਦਾ ਇਹ ਵੀ ਕੁਝ ਕਾਰਨ ਨੇ? ਦੇਖੋ, ਜੋ ਤੁਸੀਂ ਅਸੈਸ ਕਰ ਰਹੇ ਹੋ, ਤੁਸੀਂ ਇਸ ਵੇਲੇ ਮਾਡਰਨ ਇੱਕ ਜਰਨਲਿਸਟ ਵੀ ਹੋ, ਚੈਨਲ ਦੇ ਰਾਹੀਂ ਲੋਕਾਂ ਦੀਆਂ ਪਲਸ ਵੀ ਹੋ, ਪਤਾ ਕਰਦੇ ਹੋ। ਇਤਿਹਾਸ ਦੇ ਨਾਲ ਗਲਤੀਆਂ ਆਪਣੀਆਂ ਮੰਨਣ 'ਚ ਵੀ ਸਾਨੂੰ ਕਦੇ ਸ਼ਰਮ ਨਹੀਂ ਆਉਣੀ ਚਾਹੀਦੀ। ਸਾਡੀ ਸਿੱਖ ਲੀਡਰਸ਼ਿਪ ਦੀ ਫੇਲਿਅਰ ਕਿੱਥੇ ਕਿੱਥੇ ਹੋਈ, ਉਹ ਬਹੁਤ ਵੱਡਾ ਇੱਕ ਸਾਡਾ ਸਬਕ ਹੋਏਗਾ ਅਗਲੀ ਜਨਰੇਸ਼ਨ ਨੂੰ। ਇਸ ਤੋਂ ਇਲਾਵਾ ਸਿੱਖ ਲੀਡਰਾਂ ਦੀ ਫੁੱਟ, ਸਿੱਖ ਲੀਡਰਾਂ ਦੀ ਅੰਦਰੋਂ ਇੱਕ ਦੂਜੇ ਨੂੰ ਮਾਰਨ ਦੀਆਂ ਕਨਸਪੀਰੇਸੀ, ਉਹ ਹੁਣ ਸਾਹਮਣੇ ਆ ਰਹੀ। ਹੁਣ ਇਤਿਹਾਸ ਉਹ ਵੀ ਲਿਖਿਆ ਜਾ ਰਿਹਾ। ਸੋ ਇਹ ਸਾਰੀਆਂ ਗੱਲਾਂ ਨੇ ਸਾਡੀ ਸਾਖ ਕਟਾਈ, ਔਰ ਅਸੀਂ ਕਈ ਵਾਰੀ ਲੋਕਾਂ ਵਿੱਚ, ਹਿੰਦੁਸਤਾਨ ਦੇ ਲੋਕਾਂ 'ਚ ਵੀ ਐਜ਼ ਏ ਨੈਗੇਟਿਵ ਪੇਸ਼ ਹੋਏ। ਪਰ ਅਸੀਂ ਅੱਜ ਤੱਕ ਨਾ ਮੀਡੀਆ ਨੂੰ, ਨਾ ਮੀਡੀਆ ਦੀ ਤਾਕਤ ਨੂੰ, ਨਾ ਅੱਜ ਜਿਹੜੀ ਨਵੀਂ ਚੱਲੀ ਹੈ ਇੰਟਰਨੈਟ, ਇਹਨਾਂ ਵਿੱਚ ਆਪਣਾ ਰੋਲ ਅਦਾ ਕਰਨ ਦੀ ਕੋਸ਼ਿਸ਼ ਵੀ ਨਹੀਂ ਕਰਦੇ ਕਿ ਅਸੀਂ ਕਿੱਥੇ ਹਾਂ, ਕੀ ਸਾਂ, ਅੱਜ ਕੀ ਹਾਂ, ਤੇ ਕਿਵੇਂ ਮੁੜ ਕੇ ਵਾਪਸ ਉੱਥੇ ਪਹੁੰਚੀਏ। ਇਹਦੇ ਲਈ ਬਹੁਤ ਵੱਡੀ ਕਾਲਾਂ ਦੀ ਲੋੜ ਹੈ। ਨਵੀਂ ਲੀਡਰਸ਼ਿਪ, ਨਵੇਂ ਯੂਥ, ਨਵੇਂ ਅੱਜ ਡਾਇਸਪੋਰਾ 'ਚ ਉੱਠੇ ਲੋਕ ਸਿੱਖੀ ਲਈ ਸੋਚਣ, ਸਿੱਖ ਦੀ ਚੜ੍ਹਤ ਲਈ ਸੋਚਣ, ਸਿੱਖ ਗਲੋਰੀ ਆਫ ਸਿੱਖ ਦਾ ਨਾਰਾ ਹੋਵੇ। ਇਹ ਜਿਹੜੇ ਪੋਲੀਟੀਕਲ ਸਲੋਗਨ ਆ, ਉਹਨਾਂ ਦੀ ਅਸੀਂ ਅੱਗੇ ਲਿਆਉਂਦੇ ਆ, ਜਿਹੜੀ ਅਸਲ ਸਿੱਖ ਦੀ ਲੋੜ ਹੈ ਉਹ ਭੁੱਲ ਜਾਣੇ। ਸੋ ਇਸ ਵੇਲੇ ਲੋੜ ਸਿੱਖ ਨੂੰ ਐਜ਼ ਏ ਸਿੱਖ ਸ਼ਕਤੀ ਦੀ ਹੈ, ਸਿੱਖ ਦੀ ਕਦਰ ਹੋਵੇ, ਔਰ ਸਾਰਾ ਲੋਕ ਹਿੰਦੁਸਤਾਨ ਦੇ ਮੰਨਣ ਕਿ ਸਿੱਖਾਂ ਕਰਕੇ ਹੀ ਇਹ ਭਾਰਤ ਆਜ਼ਾਦੀ ਸੁੱਖ ਮਾਣਿਆ, ਸਿੱਖਾਂ ਕਰਕੇ ਹੀ ਐਗਰੀਕਲਚਰ ਭੁੱਖਾ ਮਰਦਾ ਦੇਸ਼ ਸਿੱਖਾਂ ਨੇ ਬਚਾਇਆ। ਜੰਗ ਹੁੰਦੀ ਹੈ ਅੱਜ ਵੀ, ਕੱਲ ਰਾਜਨਾਥ ਜੀ ਪਹਾੜੀਆਂ ਤੇ ਗਏ ਤੇ ਉੱਥੇ ਵੀ ਜਕਾਰੇ ਔਰ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਦੀ ਆਵਾਜ਼ਾਂ ਆਈਆਂ। ਅਖੀਰ ਉਹ ਜਕਾਰੇ ਦਾ ਆਵਾਜ਼ਾਂ ਹੀ ਦੁਸ਼ਮਣਾਂ ਨੂੰ ਦੂਰ ਭੇਜਦੀਆਂ। ਪਰ ਇਹ ਲੋੜ ਹੈ ਸਿੱਖ ਲੀਡਰਸ਼ਿਪ ਨੂੰ, ਔਰ ਤੁਹਾਡੇ ਵਰਗੇ ਐਂਕਰ ਤੇ ਬਾਕੀ ਸਾਰੇ ਜਰਨਲਿਸਟ ਇੱਧਰ ਰੱਖਣ। ਦੋਸਤੋ, ਅਸੀਂ ਸਰਦਾਰ ਸਾਹਿਬ ਦੇ ਸਜਾਏ ਅਨਰਿਟਨ ਪੇजेस ਆਫ ਸਿੱਖ ਹਿਸਟਰੀ, ਇਹਦੇ ਉੱਤੇ ਇੱਕ ਲੜੀ ਬਣਾਉਣ ਦਾ ਯਤਨ ਕਰਾਂਗੇ, ਔਰ ਅਗਲੇ ਮਰਹਲੇ ਦੇ ਵਿੱਚ ਸਰਦਾਰ ਗਿਆਨ ਸਿੰਘ ਰਾੜੇ ਵਾਲਾ, ਜਿਨ੍ਹਾਂ ਦੇ ਨਾਲ ਸਰਦਾਰ ਤਰਲੋਚਨ ਸਿੰਘ ਜੀ ਨੇ ਕੰਮ ਕੀਤਾ ਹੈ, ਉਹ ਪੰਜਾਬ ਦੇ ਮੁੱਖ ਮੰਤਰੀ ਹੋਏ ਆ। ਬਹੁਤ ਸਾਰੇ ਲੋਕਾਂ ਨੂੰ ਨਹੀਂ ਪਤਾ, ਪੈਪਸੂ ਦੇ ਜਿਹੜੇ ਮੁੱਖ ਮੰਤਰੀ ਰਹੇ ਆ, ਉਹਨਾਂ ਦੇ ਜੀਵਨ ਬਾਰੇ, ਉਹਨਾਂ ਵੱਲੋਂ ਕੀਤੇ ਕੰਮਾਂ ਬਾਰੇ, ਉਸ ਕਾਰਜਸ਼ੈਲੀ ਬਾਰੇ ਅਸੀਂ ਜ਼ਿਕਰ ਕਰਾਂਗੇ ਅਗਲੇ ਐਪੀਸੋਡ 'ਚ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ।